is binary into octal. Binary means base कितना है एदा base हैगा जी 2, ठीक है. Now you have to convert a number with base 2 to octal. Octal ਦਾ base कितना ਹੁੰਦਾ है जी, ਅਸੀਂ ਪਹਿਲਾਂ ਪੜਿਆ, it is 8. That means ਤੇ ਜਿਹੜੀ octal ਦੀਆਂ values ਹੋਣਗੀਆਂ that will be from 0 to 7. ਜਿਹੜੀ values ਹੁੰਦੀਆਂ ਨੇ that is from 0 to 7. That means ਹੁਣ ਅਸੀਂ ਪੜਾਂਗੇ ਵੀ ਇੱਕ ਤੁਸੀਂ ਬਾਈਨਰੀ ਨੰਬਰ ਨੂੰ octal form ਚ ਕਿਵੇਂ ਕਨਵਰਟ ਕਰ ਸਕਦੇ ਹੋ, ਠੀਕ ਹੈ. ਤੇ ਇਸ ਦਾ ਜਿਹੜਾ ਪ੍ਰੋਸੀਜਰ ਇੱਥੇ ਸਾਨੂੰ ਦੱਸਿਆ ਹੋਇਆ ਹੈ that is in this conversion the binary bit stream are grouped into group of 3 bits. ਤੁਸੀਂ ਕੀ ਕਰੋਗੇ, ਪਹਿਲਾਂ ਜਿਹੜਾ ਤੁਹਾਡਾ ਕੋਈ ਵੀ ਬਾਈਨਰੀ ਨੰਬਰ ਲਿਖਿਆ ਹੋਇਆ ਹੈ ਉਹਨੂੰ ਪਹਿਲਾਂ ਤੁਸੀਂ ਗਰੁੱਪ ਕਰੋਗੇ 3 ਦੀ ਬਿਟਸ ਵਿੱਚ, ਠੀਕ ਹੈ. ਸਟਾਰਟਿੰਗ ਐਟ ਦੀ LSB, ਤੁਸੀਂ LSB ਤੋਂ ਸਟਾਰਟ ਕਰਨਾ ਹੈ. ਜਿਹੜੀ LSB ਹੁੰਦੀ ਹੈ ਸਾਡੀ ਉਹ ਹੁੰਦੀ ਹੈ ਰਾਈਟ ਮੋਸਟ, ਠੀਕ ਹੈ. ਸੋ ਤੁਸੀਂ ਸਭ ਤੋਂ ਰਾਈਟ ਮੋਸਟ ਕਾਲਮ ਤੋਂ ਤੁਸੀਂ ਸਟਾਰਟ ਕਰ ਲਓਗੇ ਤੇ ਉਸ ਨੂੰ ਤੁਸੀਂ 3 ਦੀ ਫਾਰਮ ਦੇ ਵਿੱਚ ਡਿਵਾਈਡ ਕਰ ਲਓਗੇ. ਉਸ ਤੋਂ ਬਾਅਦ ਤੁਸੀਂ ਇੱਕ ਜਿਹੜਾ ਇਹ ਬਾਈਨਰੀ ਨੰਬਰ ਹੈ ਉਸ ਨੂੰ ਆਕਟਲ ਨੰਬਰ ਵਿੱਚ ਆਰਾਮ ਨਾਲ ਕਨਵਰਟ ਕਰ ਸਕਦੇ ਹੋ. ਇਹ ਜਿਹੜੀ ਚੀਜ਼ ਹੈ ਐਗਜ਼ਾਮਪਲ ਤੋਂ ਹੋਰ ਕਲੀਅਰ ਹੋ ਜਾਏਗੀ. ਹੁਣ ਸੀ ਆ ਸੀਗੀ ਸਾਡੇ ਕੋਲ ਐਗਜ਼ਾਮਪਲ. ਇਹ ਕੀ ਹੈ ਸਾਡਾ, ਇਟ ਇਜ਼ ਅ ਡਿਜੀਟਲ ਵੈਲਿਊ, ਆਕਟਲ ਡਿਜੀਟਲ ਵੈਲਿਊ. ਦਿਸ ਇਜ਼ ਐਗਜ਼ੈਕਟਲੀ ਸਭ ਤੋਂ ਪਹਿਲਾਂ ਤਾਂ ਤੁਸੀਂ ਇਹ ਸਿੱਖਣਾ ਪਏਗਾ ਵੀ ਹਾਂ ਵੀ ਤੁਹਾਨੂੰ ਇਹ ਚੀਜ਼ ਸਿੱਖਣੀ ਪੈਣੀ ਹੈ ਵੀ ਇੱਕ ਬਾਈਨਰੀ ਇਕੁਇਵੈਲੈਂਟ ਇਹਨਾਂ ਡਿਜਿਟਸ ਦਾ ਕੀ ਹੁੰਦਾ ਹੈ. ਜਿਵੇਂ 0 ਦਾ ਬਾਈਨਰੀ ਇਕੁਇਵੈਲੈਂਟ ਹੁੰਦਾ ਹੈ 000. ਇਹ ਬੇਸਿਕਲੀ ਵੈਲਿਊਜ਼ ਕਿੱਦਾਂ ਆਈਆਂ ਨੇ ਮੈਂ ਤੁਹਾਨੂੰ ਇੱਕ ਵਾਰ ਦੱਸ ਦਿੰਦੀ ਹਾਂ. ਆਪਾਂ ਇਹਨਾਂ ਨੂੰ ਦੇਖੋ 3 ਚ ਡਿਵਾਈਡ ਕਰ ਲੈਂਦੇ ਹਾਂ. ਇੱਕ ਤਾਂ ਆਹ ਵਾਲਾ 0 ਹੋ ਗਿਆ, ਇੱਕ ਆ ਹੋ ਗਿਆ ਹੈ ਨਾ, ਇੱਕ ਇਹ ਵਾਲਾ ਹੋ ਗਿਆ, ਠੀਕ ਹੈ. ਇਹ ਬੇਸਿਕਲੀ ਹੈ ਕਿ this is 2 sorry ਅਸੀਂ ਇਹਨਾਂ ਨੂੰ ਬੇਸਿਕਲੀ 3 ਚ ਡਿਵਾਈਡ ਕਰਤਾ ਹੋਇਆ ਹੈ 1 2 and 3. ਜਿਹੜਾ ਤੁਹਾਡਾ ਇਹ ਵਾਲਾ ਹੈ ਇਹਦਾ ਹੁਣ weight ਕਿੰਨਾ ਹੈ, ਇਹਦਾ weight ਹੈਗਾ 2 raised to power 0, ਠੀਕ ਹੈ. ਜਿਹੜੀ ਇਹ ਵਾਲੀ ਹੈ ਇਹਦਾ ਕਿੰਨਾ ਹੈ 2 raised to power 1 ਤੇ ਇਹਦਾ weight ਕਿੰਨਾ ਹੈ, ਇਹਦਾ weight ਹੈਗਾ 2 raised to power 2, ਠੀਕ ਹੈ. ਆਪਾਂ ਸਿਰਫ 3 ਡਿਜਿਟਸ ਤੱਕ ਜਾਵਾਂਗੇ ਕਿਉਂਕਿ ਸਾਡੇ ਆਕਟਲ ਦੀ ਜਿਹੜੀ ਮੈਕਸਿਮਮ ਲਿਮਿਟ ਹੁੰਦੀ ਹੈ ਉਹ ਹੈਗੀ ਹੈ 7 ਤੇ 7 ਇੱਥੇ ਸਾਡੀ ਪੂਰੀ ਹੋ ਜਾਂਦੀ ਹੈ. ਇਸ ਤੋਂ ਵੱਧ ਜੇ ਅਸੀਂ बढ़ांगे ਉਹ ਫਿਰ 4 ਬਿਟਸ ਆ ਜਾਣਗੇ ਇੱਥੇ ਤੇ ਉਹਦਾ ਕੋਈ ਯੂਜ਼ ਹੀ ਨਹੀਂ ਹੈ ਕਿਉਂਕਿ ਆਕਟਲ ਸਿਸਟਮ ਹੀ ਸਾਡਾ ਸਿਰਫ 7 ਤੱਕ ਹੈਗਾ ਆ. ਹੁਣ ਦੇਖੋ ਇੱਥੇ ਕੀ ਹੈ ਸਾਡਾ ਜੀ, ਇਹ ਜਿਹੜੀ ਡਿਜਿਟ ਹੈ that is equivalent to 1. ਜੇ ਤੁਹਾਡਾ 2 raised to power 0 1 ਹੁੰਦਾ ਹੈ that means ਉਹ ਕੀ ਹੈ 1 ਹੈ. ਹੁਣ ਆਪਾਂ ਇਧਰੋਂ ਬਣਾਉਣਾ ਸਟਾਰਟ ਕਰਦੇ ਹਾਂ ਵੀ ਡਿਜਿਟਸ ਕਿਵੇਂ ਬਣੇ ਨੇ. ਇੱਕ ਬਣਾਉਣਾ ਹੈ ਤੁਸੀਂ, obvious ਜੀ ਗੱਲ ਹੈ, ਤੁਸੀਂ ਸਿਰਫ ਇਸ ਨੂੰ 1 ਰੱਖੋਗੇ ਇੱਥੇ ਹੈ ਨਾ ਤੇ ਬਾਕੀ ਨੂੰ ਤੁਸੀਂ 0 ਰੱਖੋਗੇ. ਤੁਸੀਂ ਉਹੀ ਕੀਤਾ ਹੈ. ਹੁਣ ਤੁਸੀਂ ਬਣਾਉਣਾ ਹੈ ਡਿਜਿਟ 2 ਤੁਹਾਡਾ ਕਿੱਥੋਂ ਆਊਗਾ, ਆ ਜਿਵੇਂ ਆਪਾਂ ਇੱਥੇ ਦੇਖ ਰਹੇ ਹਾਂ ਸੈਕਿੰਡ ਬਿਟ ਤੋਂ ਆਊਗਾ 2. ਜੇ ਤੁਸੀਂ ਸੈਕਿੰਡ ਬਿਟ ਕਰ ਦੋਗੇ 1, ਠੀਕ ਹੈ, 1 into 2 raised to power 1 will give you 2, ਠੀਕ ਹੈ. then ਇਹ 3 ਦੇ ਲਈ ਤੁਸੀਂ ਇਸ ਵਾਲੀ ਤੇ ਇਸ ਵਾਲੀ ਦੋਨਾਂ ਨੂੰ ਤੁਸੀਂ ਕੀ ਕਰਨਾ ਪੈਣਾ ਹੈ 1 only, then you will get this 3. 4 ਦੇ ਲਈ ਕੀ ਹੈ ਦੇਖੋ, 4 ਦੇ ਲਈ ਆਪਾਂ 2 raised to power 2 ਨੂੰ 1 ਕਰਾਂਗੇ ਤਾਂ ਹੀ ਤਾਂ 4 ਬਣੂਗਾ ਤੇ ਆਪਾਂ ਤਾਂ ਹੀ 2 raised to power 2 ਵਾਲੀ ਜਿਹੜੀ ਇਹਦੀ ਪਲੇਸ ਸੀ ਉਹਨੂੰ ਆਪਾਂ 1 ਕਰਤਾ, ਠੀਕ ਹੈ. ਤੇ ਇਹ ਬਣ ਗਿਆ 4. 5 ਕਿਵੇਂ ਬਣੂਗਾ 4 ਆਸੀ 1 ਐਂਡ ਸੋ ਔਨ. ਜੇ ਆਪਾਂ ਇੱਕ ਸਿੰਪਲ ਚੀਜ਼ ਦੀ ਮੈਂ ਗੱਲ ਕਰਾਂ, ਤੁਸੀਂ ਇਸ ਨੂੰ ਐਵੇਂ ਵੀ ਲੈ ਸਕਦੇ ਹੋ ਵੀ ਜਿਹੜਾ ਤੁਹਾਡਾ ਇਹ ਵਾਲੀ ਪਲੇਸ ਹੈ this is for 1 and this place ਜਿਹੜੀ ਸੈਕਿੰਡ ਵਾਲੀ ਪਲੇਸ ਹੈ this is for 2 and this place is for 4. ਜਿਹੜੇ ਤੁਸੀਂ ਨੰਬਰਸ ਬਣਾਉਣੇ ਨੇ ਤੁਸੀਂ ਇਹਨਾਂ ਬਿਟਸ ਨੂੰ ਹੀ 1 ਜਾਂ 0 ਕਰਕੇ ਤੁਸੀਂ ਡਿਜਿਟਸ ਬਣਾਉਣੇ ਨੇ. ਹੋਰ ਆਪਾਂ ਅੱਗੇ ਕਲੀਅਰ ਹੋ ਜਾਏਗਾ ਆਫਟਰ ਐਗਜ਼ਾਮਪਲ. ਹੁਣ ਅਸੀਂ ਦੇਖਦੇ ਹਾਂ ਐਗਜ਼ਾਮਪਲ ਵੱਲ ਜਾਂਦੇ ਹਾਂ. ਆ ਜਾਓ ਨੈਕਸਟ. ਹੁਣ ਤੁਹਾਡੀ ਐਗਜ਼ਾਮਪਲ ਹੈ ਜਿਵੇਂ ਸਾਡੇ ਕੋਲ ਇਹ ਹੈ ਕਨਵਰਟ ਬਾਈਨਰੀ ਨੰਬਰ. ਇਹ ਸਾਡਾ ਬਾਈਨਰੀ ਨੰਬਰ ਹੈ ਜੀ, ਇਸ ਨੂੰ ਆਪਾਂ ਆਕਟਲ ਫਾਰਮ ਦੇ ਵਿੱਚ ਕਨਵਰਟ ਕਰਨਾ ਹੈ,
ठीक है। सब तो पहला जिहड़ी मैं गल कही सी, जिहड़ी मैं पिछे तुहानूं समझाई सी, वो सी पहला तां असीं इहनूं तीन तीन दे ग्रुप च डिवाइड करना है। जिवें पहला तां ए ग्रुप हो गया 1 है ना, दूजा ए हो गया 2, ठीक है, तीजा हो गया ये 3। हुण इत्थे एक गल देखण वाली है भी ये जिहड़ा 1 है ये रह गया कल्ला। हुण आपां इहदी कर सकते हैं जीरो पैडिंग, एक वर्ड यूज़ हुंदा है जीरो पैडिंग, ठीक है। दैट मीनस आपां इसदे अगे जीरो ला सकते हैं। फिर आपां इत्थे की करांगे, इहदे अगे आपां 2 जीरो लाई, ठीक है। हुण ये की हो गया, हुण ये आराम नाल बन सकता है ना 3 दा कॉम्बो। हुण इहनूं असीं 3 दा कंबीनेशन बनाता। जिवें असीं ये गल इत्थे भी देख सकते हैं, देखो तुसीं 1 0 0 1 1 1, इत्थों आया जी 1 1 1, दैन 0 1 0, साडा एक इत्थे कलर रह गया सी जी, ਉਹਦੇ ਨਾਲ ਅਸੀਂ ਕੀ ਕਰ ਲਏ ਜ਼ੀਰੋਜ਼ ਐਡ ਕਰ ਦਿਆ। These two zeros are added to MSB to complete the group of 3। ਅਸੀਂ 3 ਬਿਟਸ ਨੂੰ ਕੰਪਲੀਟ ਕਰਨ ਲਈ ਬੇਸਿਕਲੀ ਇਹ ਜ਼ੀਰੋਜ਼ ਲਾਈਆਂ ਨੇ, ਠੀਕ ਹੈ ਜੀ। ਤੇ ਹੁਣ ਦੇਖੋ 1 0 0 ਕੀ ਹੁੰਦਾ ਹੈ ਸਾਡਾ, 1 0 0 ਜਿਹੜਾ ਹੈ ਇਹ ਹੁੰਦਾ ਹੈ ਸਾਡਾ ਕਿੰਨਾ ਹੁੰਦਾ ਹੈ, ਇਟਸ 4। ਤੇ ਇਹ ਕਿੰਨਾ ਹੁੰਦਾ ਹੈ, this is 7। a की हो गया, this is 2 and this is what, this is 1। that means जेड़ा थोड़े कोल हुण नंबर बन के आ रहा है that is 1 2 7 4। now this number represented in octal format, ठीक है। ਹੁਣ ਅਸੀਂ ਇਹਦੇ ਬੇਸ ਨਾਲ 8 ਵੀ ਪਾ ਦਾਂਗੇ। 8 ਕੀ ਹੈ, ਇਟ ਇਜ਼ ਅ ਰੈਡਿਕਸ, ਸਾਡਾ ਬੇਸ ਹੈ ਇਹ, ਠੀਕ ਹੈ ਜੀ। ਹੁਣ ਅਸੀਂ ਅੱਗੇ ਦੇਖਦੇ ਹਾਂ। ਹੁਣ ਤੁਸੀਂ ਇੱਥੇ ਦੇਖੋ ਜਿਹੜਾ ਮੈਂ ਤੁਹਾਨੂੰ ਗੱਲ ਕਹੀ ਸੀ, ਅਸੀਂ 3 3 ਦੇ ਗਰੁੱਪ 'ਚ ਇਹਨੂੰ ਡਿਵਾਈਡ ਕੀਤਾ, ਸਾਡਾ ਨੰਬਰ ਬਣਿਆ 1 2 7 4। ਤੇ ਆਪਾਂ ਇੱਥੇ ਜਿਹੜਾ ਇਹ ਬੇਸ ਹੈ ਇਹ ਅਸੀਂ 8 ਤਾਂ ਕਰਕੇ ਰੱਖਿਆ ਹੈ ਤਾਂ ਕਿ ਪਤਾ ਲੱਗ ਜੇ ਵੀ ਹੁਣ ਇਹ ਜਿਹੜਾ ਨੰਬਰ ਹੈ ਉਹ ਆਕਟਲ ਫਾਰਮੈਟ 'ਚ ਹੈਗਾ, ਤਾਂ ਤੁਸੀਂ ਇਹ 8 ਪਾਇਆ ਹੈ। ਤੇ ਜਿਹੜਾ ਇਹ ਨੰਬਰ ਸੀ ਇਹ ਅਸੀਂ ਇੱਥੇ 2 ਪਾਇਆ ਹੈ ਕਿਉਂਕਿ ਇਹ ਬਾਈਨਰੀ ਫਾਰਮ ਦੇ ਵਿੱਚ ਹੈਗਾ। ਹੁਣ ਦੇਖਦੇ ਹਾਂ ਨੈਕਸਟ ਐਗਜ਼ਾਮਪਲ। एग्जाम्पल 2 साड़ी ये आ गई, कन्वर्ट बाइनरी नंबर दिस इनटू ऑक्टल। हुण असी देखो फिर उवें करांगे। हुण एक इत्थे चेंज आया है भी ये जिहड़ा डेसीमल है, पहला जिहड़ा असी एग्जाम्पल कीती सी उहदे च डेसीमल नहीं सीगा, हुण इत्थे सानू डेसीमल मिल गया है। हुण असी की करांगे, वी विल स्टार्ट फ्रॉम दी डेसीमल एंड। जिहड़ी असी जीरो ग्रुपिंग बनाना स्टार्ट करांगे, ग्रुपिंग बनानी वो आपां स्टार्ट करांगे इधरों, ठीक है। ਤੇ ਡੈਸੀਮਲ ਤੋਂ ਪਹਿਲਾਂ ਅਸੀਂ ਜਿਹੜੀ ਗਰੁੱਪਿੰਗ ਕੀਤੀ ਸੀ ਉਹ ਆਪਾਂ ਕੀਤੀ ਸੀ ਇਧਰੋਂ, ਠੀਕ ਹੈ। ਸਟਾਰਟ ਆਪਾਂ ਐਵੇਂ ਕਰਾਂਗੇ ਜਿਵੇਂ ਇਹ ਐਰੋਜ਼ ਨੇ, ਫਾਈਨ। ਹੁਣ ਦੇਖੋ ਡੈਸੀਮਲ ਦੇ ਬਾਅਦ ਜੇ ਆਪਾਂ ਦੇਖੀਏ ਡਿਜਿਟਸ ਦੀ, ਪਹਿਲਾ ਹੋ ਗਿਆ ਇਹ ਪਹਿਲਾ ਗਰੁੱਪ। ਹੁਣ ਇਹ ਜਿਹੜਾ 1 ਹੈ ਇਹ ਰਹਿ ਗਿਆ ਕੱਲਾ। ਹੁਣ ਅਸੀਂ ਇਹਦੀ ਵੀ ਗਰੁੱਪਿੰਗ ਕਰਨੀ ਹੈ 3 ਨਾਲ, ਇੱਕ ਤਾਂ 1 ਹੋ ਗਿਆ, ਅੱਗੇ ਹੁਣ ਇਹਦੇ ਆਪਾਂ ਕੀ ਕਰਾਂਗੇ 0 0 ਐਡ ਕਰ ਦਾਂਗੇ, 0 0 ਜਿਵੇਂ ਆਪਾਂ ਇੱਥੇ ਕੀਤਾ। this is also known as zero padding that we are doing, we are just giving zeros for completing this group, ठीक है। ਹੁਣ ਇੱਥੇ ਦੇਖੋ ਤੁਸੀਂ ਇਹਦਾ 3 ਦਾ ਪੇਅਰ ਹੋ ਗਿਆ, ਨਹੀਂ ਸੌਰੀ 3 ਦਾ ਗਰੁੱਪ ਹੋ ਗਿਆ, ਤੇ ਇੱਥੇ ਵੀ ਸਾਡਾ ਹੋ ਗਿਆ 3 ਦਾ ਗਰੁੱਪ, ਠੀਕ ਹੈ। ਇਹਨੂੰ ਤੁਸੀਂ ਛੱਡ ਸਕਦੇ ਹੋ, ਇਹ ਰਹਿ ਗਿਆ, ਇਹ ਤਾਂ ਸਿੰਗਲ ਜ਼ੀਰੋ ਹੀ ਰਹਿ ਗਿਆ, ਇਹਦੀ ਕੋਈ ਹੁਣ ਵੈਲਿਊ ਨਹੀਂ ਹੈ, ਹੈ ਨਾ। ਜਦ ਰਹਿ ਹੈਗਾ ਹੀ ਨਹੀਂ ਹੈ, ਜ਼ੀਰੋ ਦੀ ਕੋਈ ਵੈਲਿਊ ਨਹੀਂ ਹੁੰਦੀ। ਹੁਣ ਤੁਸੀਂ ਦੇਖੋ, ਹੁਣ ਜੇ ਤੁਸੀਂ ਇਹਨੂੰ ਨੰਬਰ ਫਾਰਮ ਦੇ ਵਿੱਚ ਕਨਵਰਟ ਕਰੋਗੇ ਇਹ ਤੁਹਾਡਾ ਬਣੇਗਾ 4, ਠੀਕ ਹੈ। ਤੇ ਜਿਹੜਾ ਇਹ ਹੈ ਇਹ ਬਣੂਗਾ 5। ਜੇ ਤੁਸੀਂ ਇਹਨੂੰ weight ਨਾਲ ਦੇਖੋ ਮਲਟੀਪਲਾਈ ਕਰਕੇ, ਕਿਉਂਕਿ this is 2 raised to power 0, this is 2 raised to power 1 and this is 2 raised to power 2। ਜੇ ਤੁਸੀਂ ਹੁਣ 1 ਨੂੰ ਉੱਥੇ ਲਾਓਗੇ ਤੇ 0 ਨੂੰ ਮਲਟੀਪਲਾਈ ਕਰੋਗੇ ਤੁਹਾਡੇ ਕੋਲ ਆਹੀ ਬਣੂਗਾ 4। ਤੇ ਇਹ ਆ ਗਿਆ ਤੁਹਾਡਾ 3, ठीक है। तो साडे कोल एक ही आ गया 4 + 2 दैट इज 6। दैट मीनस जो साडा नंबर बनया है दैट शुड बी 6354, ठीक है। आओ हुण असीं देखते हैं भी आही बन रहा है नंबर। आ देखो
63.54 ठीक है। ਅਸੀਂ ਉਵੇਂ ਡਿਵਾਈਡ ਕੀਤਾ ਇਹਨਾਂ ਨੂੰ ਤੇ ਬਾਅਦ ਚ ਅਸੀਂ ਜਿਵੇਂ ਮੈਂ ਪਹਿਲਾਂ ਤੁਹਾਨੂੰ ਟੇਬਲ ਦਿਖਾਈ ਸੀ ਉਸ ਟੇਬਲ ਦੇ ਥਰੂ ਤੁਸੀਂ ਇਹਨਾਂ ਨੂੰ ਕਨਵਰਟ ਕੀਤਾ ਹੈ ਤੇ ਐਂਡ ਚ ਸਾਡੇ ਕੋਲ ਇਹ ਆ ਗਿਆ ਹੈ ਜਿਹੜਾ ਇਹ ਰਿਜ਼ਲਟ ਹੈ। ਹੁਣ ਆਪਾਂ ਨੈਕਸਟ ਚੱਲਦੇ ਹਾਂ ਜੀ। ਹੁਣ ਜਿਹੜਾ ਸਾਡੇ ਕੋਲ ਨੈਕਸਟ ਆਇਆ ਜੀ ਦੈਟ ਇਜ਼ ਆਕਟਲ ਟੂ ਬਾਈਨਰੀ ਕਨਵਰਸ਼ਨ। ਪਹਿਲਾਂ ਅਸੀਂ ਪੜ੍ਹਿਆ ਸੀ ਇੱਕ ਬਾਈਨਰੀ ਜਿਹੜਾ ਨੰਬਰ ਹੈ ਉਹਨੂੰ ਤੁਸੀਂ ਆਕਟਲ ਨੰਬਰ 'ਚ ਕਿਵੇਂ ਕਨਵਰਟ ਕਰੋਗੇ। ਹੁਣ ਸਾਡੇ ਕੋਲ ਹੈ ਇੱਕ ਆਕਟਲ ਨੰਬਰ ਨੂੰ ਤੁਸੀਂ ਬਾਈਨਰੀ 'ਚ ਕਿਵੇਂ ਕਨਵਰਟ ਕਰੋਗੇ ਰਾਈਟ। ਹੁਣ ਦੇਖੋ ਇੱਥੇ ਆਪਾਂ ਇਹ ਬਹੁਤ ਈਜ਼ੀ ਹੈ। ਤੁਸੀਂ ਕੀ ਕਰਨਾ ਹੈ ਹਰ ਇੱਕ ਆਕਟਲ ਨੰਬਰ ਆਪਣੇ 3 ਬਾਈਨਰੀ ਡਿਜਿਟਸ ਦੇ ਵਿੱਚ ਰਿਪਰੈਜ਼ੈਂਟ ਹੋ ਸਕਦਾ ਹੈ। ਜਿਵੇਂ ਮੈਂ ਪਹਿਲਾਂ ਤੁਹਾਨੂੰ ਇੱਕ ਵੀਡੀਓ ਦਿਖਾਈ ਸੀ ਆਈ ਐਮ ਸੌਰੀ ਇੱਕ ਟੇਬਲ ਦਿਖਾਈ ਸੀ ਉਹ ਕੁਝ ਇਹ ਸੀ ਫਾਈਨ। ਹਰ ਇੱਕ ਆਕਟਲ ਡਿਜਿਟ ਬਾਈਨਰੀ ਡਿਜਿਟਸ ਦੇ ਵਿੱਚ ਕੁਝ ਇਸ ਤਰ੍ਹਾਂ ਰਿਪਰੈਜ਼ੈਂਟ ਹੁੰਦਾ ਹੈ ਠੀਕ ਹੈ। ਤੇ ਹੁਣ ਵੀ ਅਸੀਂ ਇੱਥੇ ਉਹੀ ਕਰਾਂਗੇ। what we will do is we will convert each octal digit into its 3 binary representations. Each of the digit must be treated as a decimal value. ਹਰ ਇੱਕ ਡਿਜਿਟ ਨੂੰ ਅਸੀਂ ਡੈਸੀਮਲ ਵੈਲਿਊ ਸਮਝਾਂਗੇ ਤੇ ਅਸੀਂ ਉਸ ਤੋਂ ਬਾਅਦ ਉਹਨੂੰ ਕਨਵਰਟ ਕਰਾਂਗੇ। combine these binary representations to form a simple binary number, single binary number। ਤੇ ਆਜੋ ਹੁਣ ਅਸੀਂ ਇੱਕ ਐਗਜ਼ਾਮਪਲ ਦੇਖ ਲੈਂਦੇ ਹਾਂ। ਜਿਵੇਂ ਸਾਡੇ ਕੋਲ ਹੁਣ ਹੈਗਾ ਇਹ 305 ਠੀਕ ਹੈ ਤੇ ਬੇਸ ਚ ਇਹਦੇ 8 ਹੈ ਦੈਟ ਮੀਨਸ ਇਟ ਇਜ਼ ਅ ਆਕਟਲ ਨੰਬਰ। ਤੇ ਜਿਵੇਂ ਸਾਨੂੰ ਪਤਾ ਹੀ ਹੈ ਕਿ ਆਪਾਂ 3 ਨੂੰ ਕਿਵੇਂ ਰਿਪਰੈਜ਼ੈਂਟ ਕਰਦੇ ਹਾਂ ਇਟ ਇਜ਼ 011 ਹੈ ਨਾ। ਅਸੀਂ 3 ਨੂੰ ਰਿਪਰੈਜ਼ੈਂਟ ਕਰਦੇ ਹਾਂ 011। ਅਸੀਂ 3 ਨੂੰ ਲਿਖਤਾ ਫਿਰ ਅਸੀਂ 0 ਨੂੰ ਵੀ 3 ਫਾਰਮ 'ਚ ਹੀ ਲਿਖਣਾ ਹੈ 3 ਡਿਜਿਟਸ ਦੀ ਫਾਰਮ 'ਚ ਹੀ ਲਿਖਣਾ ਹੈ। ਅਸੀਂ ਹਰ ਇੱਕ ਨੰਬਰ ਨੂੰ ਉਸਦੇ 3 ਬਿਟਸ ਨਾਲ ਰਿਪਰੈਜ਼ੈਂਟ ਕਰਨਾ ਹੈ। ਜਿਵੇਂ 0 ਨੂੰ ਹੁਣ ਤੁਸੀਂ ਕਰ ਸਕਦੇ ਹੋ 000। ਨੈਕਸਟ ਹੈ 5 ਤੁਸੀਂ 5 ਨੂੰ ਕਿਵੇਂ ਰਿਪਰੈਜ਼ੈਂਟ ਕਰਦੇ ਹੋ 101। ਹੁਣ ਤੁਸੀਂ ਇਸ ਨੰਬਰ ਨੂੰ ਕੰਬਾਈਨ ਕਰ ਦਿਓ ਉਹ ਹੋ ਗਿਆ ਇਹ। ਹੁਣ ਇਹ ਜਿਹੜਾ ਆਕਟਲ ਨੰਬਰ ਸੀ ਉਹ ਕੁਝ ਇਸ ਫਾਰਮ 'ਚ ਬਾਈਨਰੀ ਨੰਬਰ ਵਿੱਚ ਕਨਵਰਟ ਹੁੰਦਾ ਹੈ ਜੀ ਐਂਡ ਦਿਸ ਇਜ਼ ਅ ਫਾਈਨਲ ਰਿਜ਼ਲਟ। ਹੁਣ ਜਿਹੜੀ ਸਾਡੇ ਕੋਲ ਨੈਕਸਟ ਕਨਵਰਸ਼ਨ ਹੈ that is hexadecimal to binary conversion। hexadecimal ਕਿਹੜੇ ਹੁੰਦੇ ਨੇ ਜਿਨ੍ਹਾਂ ਦੀ ਜਿਹੜੀ ਵੇਰੀਏਬਲਸ ਵੈਲਿਊਜ਼ ਹੁੰਦੀਆਂ ਨੇ ਡਿਸਟਿੰਕਟ ਵੈਲਿਊਜ਼ ਹੁੰਦੀਆਂ ਨੇ that are from 0 to 15 only right, they are from 0 to 15। ਜਿਹੜੇ ਇਸ ਟਾਈਪ ਦੇ ਸਾਡੇ ਨੰਬਰਸ ਹੁੰਦੇ ਨੇ ਜਿਹੜਾ ਇਹ ਮਤਲਬ ਕੋਡਸ ਹੁੰਦੇ ਨੇ ਇਹਨਾਂ ਨੂੰ ਅਸੀਂ ਅਲਫਾ ਨੂਮੈਰਿਕ ਵੀ ਕਹਿੰਦੇ ਆ ਬਿਕੋਜ਼ ਦੇ ਆ ਜਿਹੜੇ ਹੈਕਸਾਡੈਸੀਮਲ ਡਿਜਿਟਸ ਹੁੰਦੇ ਨੇ ਨੰਬਰਸ ਹੁੰਦੇ ਨੇ ਇਹਨਾਂ 'ਚ ਸਾਡੇ ਕੋਲ ਨੰਬਰਸ ਵੀ ਹੁੰਦੇ ਨੇ ਤੇ ਨਾਲ ਦੇ ਨਾਲ ਸਾਡੇ ਕੋਲ ਐਲਫਾਬੈਟਸ ਵੀ ਹੁੰਦੇ ਨੇ ਜਿਨ੍ਹਾਂ ਨੂੰ ਅਸੀਂ ਅਸਾਈਨ ਕੀਤੀਆਂ ਹੁੰਦੀਆਂ ਨੇ ਵੈਲਿਊ। ਇਹ ਆਪਾਂ ਪਿੱਛੇ ਵੀ ਦੇਖਿਆ ਸੀ ਜਦੋਂ ਮੈਂ ਬਰੀਫ ਇੰਟਰੋਡਕਸ਼ਨ 'ਚ ਦਿੱਤੀ ਸੀ ਵੀ ਹੈਕਸਾਡੈਸੀਮਲ ਜਿਹੜੇ ਨੰਬਰਸ ਹੁੰਦੇ ਨੇ ਉਹ ਕਿਹੜੇ ਹੁੰਦੇ ਨੇ ਰਾਈਟ। ਹੁਣ ਆਪਾਂ ਦੇਖਦੇ ਹਾਂ ਵੀ ਕਨਵਰਸ਼ਨ ਹੁੰਦੀ ਕਿਵੇਂ ਹੈ ਇਹਨਾਂ ਦੀ ਹੈ ਨਾ। Rather than going towards the definition of how to convert hexadecimal into binary conversion, I would like to just start from the example। ਅਸੀਂ example ਤੋਂ start ਕਰਦੇ ਹਾਂ ਇਸ ਨਾਲ ਤੁਹਾਨੂੰ ਹੋਰ ਵਧੀਆ clear ਹੋਏਗਾ ਜੇ ਮੈਂ ਤੁਹਾਨੂੰ explain ਕਰਾਂਗੀ। ਹੁਣ ਇੱਥੇ ਦੇਖੋ ਕੀ ਹੈ it's A to B16 fine। ਜੇ ਅਸੀਂ ਗੱਲ ਕਰੀਏ ਜਿਹੜਾ A digit ਹੁੰਦਾ ਸੀ ਉਹ ਕੀ ਹੁੰਦਾ ਸੀ A was representing the number 10। ਜਦੋਂ ਮੈਂ ਪਹਿਲਾਂ ਤੁਹਾਨੂੰ ਦੱਸਿਆ ਸੀ ਵੀਡੀਓ 'ਚ ਉਦੋਂ ਮੈਂ ਤੁਹਾਨੂੰ ਦੱਸਿਆ ਸੀ ਵੀ 10 ਦੀ ਥਾਂ ਤੇ ਅਸੀਂ A ਲਿਖਦੇ ਹਾਂ ਤੇ 11 ਦੀ ਥਾਂ ਤੇ ਅਸੀਂ ਲਿਖਦੇ ਹਾਂ B। ਇਹ ਚੀਜ਼ ਤਾਂ ਤੁਹਾਨੂੰ ਕਲੀਅਰ ਹੋਏਗੀ। that means your A alphabet here is denoting number 10 and your B alphabet here is denoting number 11 fine। so now we have to convert this hexadecimal number to a binary number। so first of all what we will do we will just multiply each number with its weightage। ਜਿਹੜੀ ਇਹਨਾਂ ਦੀ weightage ਹੈ ਉਹਦੇ ਨਾਲ ਆਪਾਂ ਮਲਟੀਪਲਾਈ ਕਰਾਂਗੇ ਤੇ ਜਿਹੜੀ ਮਲਟੀਪਲੀਕੇਸ਼ਨ ਕਰਾਂਗੇ ਜਿਹੜੀ ਪਾਵਰ ਹੋਏਗੀ 16 ਦੀ ਉਹ ਕੁਝ ਇਸ ਡਾਇਰੈਕਸ਼ਨ 'ਚ ਵੱਧਦੀ ਜਾਊਗੀ। ਜਿਵੇਂ B ਹੈ B ਦੇ ਨਾਲ ਤੁਸੀਂ ਮਲਟੀਪਲਾਈ ਕਰੋਗੇ 16 raised to power 0 2 ਨਾਲ 16 raised to power 1 A ਨਾਲ 16 raised to power 3 ਜੇ ਹੋਰ ਵੀ ਇੱਥੇ ਡਿਜਿਟਸ ਹੁੰਦੇ ਤਾਂ 16 ਦੀ ਪਾਵਰਸ ਜਿਹੜੀ ਸੀ ਉਹ ਵੱਧਦੀ ਰਹਿਣੀ ਸੀ। ਹੁਣ ਇੱਥੇ ਅਸੀਂ ਉਹੀ ਕੀਤਾ ਹੈ ਜੀ B ਨੂੰ ਆਪਾਂ ਮਲਟੀਪਲਾਈ ਕੀਤਾ 16 raised to power 0 ਨਾਲ ਇੱਥੇ ਜਿਹੜਾ A ਹੈ ਤੇ
2 ਨੂੰ ਆਪਾਂ ਮਲਟੀਪਲਾਈ ਕੀਤਾ 16 ਰੇਜ਼ ਟੂ ਪਾਵਰ 1 ਨਾਲ ਤੇ ਆਪਾਂ a ਨੂੰ ਮਲਟੀਪਲਾਈ ਕੀਤਾ 16 ਰੇਜ਼ ਟੂ ਪਾਵਰ 2 ਨਾਲ। ठीक है, ਹੁਣ ਆਬਵੀਅਸ ਜੀ ਗੱਲ ਹੈ, ਸਾਨੂੰ ਪਤਾ ਹੈ ਵੀ ਹਾਂ ਜਿਹੜਾ a ਹੈ ਇਹ ਹੁਣ ਕਿਹਨੂੰ ਰਿਪਰੈਜ਼ੈਂਟ ਕਰਦਾ ਹੈ, a ਰਿਪਰੈਜ਼ੈਂਟ ਕਰਦਾ 10 ਨੂੰ ਤੇ b ਰਿਪਰੈਜ਼ੈਂਟ ਕਰਦਾ 11 ਨੂੰ। ਠੀਕ ਹੈ, ਅਸੀਂ ਹੁਣ ਕੀ ਕੀਤਾ, ਇੱਥੇ ਜਿਹੜੀ ਐਗਜ਼ਾਮਪਲ ਤੁਹਾਨੂੰ ਦਿਸ ਰਹੀ ਹੈ ਇਸ 'ਚ ਇਹਨਾਂ ਨੇ ਕੀ ਕੀਤਾ ਹੋਇਆ ਹੈ, ਅਸੀਂ ਕੀ ਕੀਤਾ ਹੈ 16 ਦਾ ਸਕੁਆਇਰ ਕੀਤਾ, ਵੈਲਿਊ ਆ ਗਈ 256। 16 ਦੀ ਪਾਵਰ 1 ਇਜ਼ ਇਕੁਅਲ ਟੂ 16, 16 ਦੀ ਪਾਵਰ 0 ਇਜ਼ ਇਕੁਅਲ ਟੂ 1। ਅਸੀਂ ਇਹਨਾਂ ਨੂੰ ਮਲਟੀਪਲੀਕੇਸ਼ਨ ਦੀ ਫਾਰਮ 'ਚ ਕੁਝ ਇੱਦਾਂ ਲਿਖ ਲਿਆ। ਠੀਕ ਹੈ, ਹੁਣ ਇਸ ਤੋਂ ਬਾਅਦ ਤੁਸੀਂ ਕੀ ਕਰੋਗੇ, a ਦੀ ਵੈਲਿਊ ਤੁਹਾਨੂੰ ਪਤਾ ਹੈ ਇਟ ਇਜ਼ 10 ਹੈ ਨਾ, ਵੀ ਆਰ ਰਿਪਰੈਜ਼ੈਂਟਿੰਗ 10 ਵਿਦ ਅਲਫਾਬੈਟ a। ਤੁਸੀਂ ਕੀ ਕਰੋਗੇ ਇੱਥੇ 10 a ਦੀ ਵੈਲਿਊ ਪਾ ਦੋਗੇ। ਠੀਕ ਹੈ, b ਦੀ ਵੈਲਿਊ ਸਾਨੂੰ ਪਤਾ ਹੀ ਹੈ ਉਹ ਵੀ 11 ਹੈ, ਤੁਸੀਂ ਇੱਥੇ ਉਹ ਵੀ ਪਾ ਦੋਗੇ। ਤੁਹਾਡੇ ਕੋਲ ਜਿਹੜਾ ਹੈ ਲਾਸਟ ਨੰਬਰ ਬਣਿਆ ਹੈ that is a decimal number। ਤੁਸੀਂ ਬੇਸਿਕਲੀ ਇਸ 'ਚ ਕੀ ਕੀਤਾ ਹੈ, ਪਹਿਲਾਂ ਤੁਸੀਂ ਇੱਕ ਹੈਕਸਾਡੈਸੀਮਲ ਨੰਬਰ ਨੂੰ ਡੈਸੀਮਲ ਨੰਬਰ ਦੇ ਵਿੱਚ ਕਨਵਰਟ ਕੀਤਾ ਹੈ। ਠੀਕ ਹੈ, ਜਿਹੜਾ ਤੁਹਾਨੂੰ ਇੱਥੇ ਹਾਲੇ ਵੀ ਨੰਬਰ ਮਿਲਿਆ ਹੈ that is in decimal form, ਕਿਉਂਕਿ ਤੁਸੀਂ ਇੱਥੇ ਦੇਖ ਸਕਦੇ ਹੋ ਉਹਦਾ ਬੇਸ ਕਿੰਨਾ ਹੈ 10 ਹੈ। ਤੁਸੀਂ ਇੱਕ ਹੈਕਸਾਡੈਸੀਮਲ ਨੰਬਰ ਨੂੰ ਜਿਹੜਾ ਕਿ ਇਹ ਨੰਬਰ ਹੈ ਫਰਸਟ ਤੁਸੀਂ ਕਨਵਰਟ ਕਰੋਗੇ ਡੈਸੀਮਲ ਦੇ ਵਿੱਚ। ਠੀਕ ਹੈ, ਉਸ ਤੋਂ ਬਾਅਦ ਡੈਸੀਮਲ ਨੰਬਰ ਨੂੰ ਹੁਣ ਤੁਸੀਂ ਬਾਈਨਰੀ ਦੇ ਵਿੱਚ ਕਨਵਰਟ ਕਰੋਗੇ। ਹੁਣ ਜਿਵੇਂ ਅਸੀਂ ਦੇਖ ਸਕਦੇ ਹਾਂ ਨੈਕਸਟ, ਇੱਕ ਡੈਸੀਮਲ ਨੰਬਰ ਨੂੰ ਬਾਈਨਰੀ ਨੰਬਰ ਦੇ ਵਿੱਚ ਕਿਵੇਂ ਕਨਵਰਟ ਕਰਦੇ ਸੀ ਆਪਾਂ ਪਹਿਲਾਂ ਦੇਖਿਆ ਹੀ ਹੈ ਨਾ। ਆਪਾਂ ਕਰਦੇ ਸੀ ਉਹਨੂੰ 2 ਨਾਲ ਡਿਵਾਈਡ ਕਰਕੇ ਤੇ ਉਹਦਾ ਕੋਸ਼ੈਂਟ ਤੇ ਰਿਮਾਈਂਡਰ ਲਿਖ ਲੈਂਦੇ ਸੀ ਹੈ ਨਾ। ਤੇ ਜਿਹੜਾ ਰਿਮਾਈਂਡਰ ਆਉਂਦਾ ਸੀ ਜਿਹੜਾ ਕਿ ਇਸ ਫਾਰਮ ਦੇ ਵਿੱਚ ਆ ਰਿਹਾ ਹੈ, ਹੁਣ ਆਪਾਂ ਕੀ ਕਰਾਂਗੇ ਇਹਨੂੰ ਇਸ ਫਾਰਮ ਦੇ ਵਿੱਚ ਲਿਖ ਲਾਂਗੇ ਵੀ ਪਹਿਲੇ ਆਊਗੀ ਥੱਲੇ ਵਾਲੀਆਂ ਡਿਜਿਟਸ, ਲਾਸਟ 'ਚ ਆਪਾਂ ਜਾਵਾਂਗੇ ਉੱਤੇ, ਜਿਵੇਂ 101 000 ਐਂਡ ਸੋ ਔਨ। ਠੀਕ ਹੈ, ਆਪਾਂ ਕੀ ਕੀਤਾ, ਜਿਹੜਾ ਸਾਨੂੰ ਡੈਸੀਮਲ 'ਚ ਨੰਬਰ ਮਿਲਿਆ ਸੀ ਉਹਨੂੰ ਅਸੀਂ 2 ਨਾਲ ਡਿਵਾਈਡ ਕਰਨਾ ਸਟਾਰਟ ਕਰਤਾ, ਕਿਉਂਕਿ ਅਸੀਂ ਇੱਕ ਡੈਸੀਮਲ ਨੰਬਰ ਨੂੰ ਕਨਵਰਟ ਕਰਨਾ ਸੀ ਬਾਈਨਰੀ ਨੰਬਰ ਦੇ ਵਿੱਚ। ਤੇ ਡੈਸੀਮਲ ਟੂ ਬਾਈਨਰੀ ਆਪਾਂ ਪਿੱਛੇ ਕਰ ਚੁੱਕੇ ਹਾਂ, ਮੈਂ ਆਪਣੀ ਵੀਡੀਓ 'ਚ ਉਹ ਸਮਝਾਇਆ ਹੋਇਆ ਹੈ ਵੀ ਹਾਂ ਵੀ ਉਹਨੂੰ ਆਪਾਂ ਕਿਵੇਂ ਕਨਵਰਟ ਕਰਦੇ ਹਾਂ, ਉਹੀ ਅਸੀਂ ਇੱਥੇ ਕੀਤਾ ਹੋਇਆ ਹੈ। ਤੇ ਲਾਸਟ ਜਿਹੜਾ ਸਾਡੇ ਕੋਲ ਰਿਜ਼ਲਟ ਆ ਰਿਹਾ ਹੈ ਉਹ ਇਹ ਆ ਰਿਹਾ ਹੈ ਵੀ ਇੱਕ ਹੈਕਸਾਡੈਸੀਮਲ ਨੰਬਰ ਹੈਗਾ ਬਾਈਨਰੀ ਨੰਬਰ ਦੇ ਇਕੁਇਵਲੈਂਟ। ਠੀਕ ਹੈ, ਇਹ ਬਾਈਨਰੀ ਨੰਬਰ ਹੈ ਜਿਹੜਾ ਇਸ ਨੰਬਰ ਦੇ ਇਕੁਇਵਲੈਂਟ ਹੈ। ਹੁਣ ਅਸੀਂ ਦੇਖਾਂਗੇ ਐਗਜ਼ਾਮਪਲ 2। ਇਹ ਸਾਡੀ ਐਗਜ਼ਾਮਪਲ 2 E16 that means it is in form of hexadecimal। ਸਾਨੂੰ ਇਹਦੇ ਬੇਸ ਨਾਲ ਪਤਾ ਲੱਗ ਰਿਹਾ ਹੈ, ਇਹਨੂੰ ਆਪਾਂ ਬਾਈਨਰੀ ਨੰਬਰ ਦੇ ਵਿੱਚ ਕੀ ਕਰਨਾ ਹੈ, ਕਨਵਰਟ ਕਰਨਾ ਹੈ। ਠੀਕ ਹੈ, ਤੇ ਸਾਨੂੰ ਪਤਾ ਹੈ ਵੀ ਜਿਹੜਾ ਇਹ E ਹੈ, E ਕਿਹੜੇ ਨੰਬਰ ਨੂੰ ਡਿਨੋਟ ਕਰਦਾ ਹੈ ਜੀ। ਮੈਂ ਜਦੋਂ ਬਰੀਫ ਡਿਸਕ੍ਰਿਪਸ਼ਨ ਦਿੱਤੀ ਸੀ ਮੈਂ ਉਦੋਂ ਤੁਹਾਨੂੰ ਦੱਸਿਆ ਸੀ ਇਹ ਬੇਸਿਕਲੀ ਡਿਨੋਟ ਕਰਦਾ ਹੈ 14 ਨੰਬਰ ਨੂੰ। ਠੀਕ ਹੈ, ਇਟ ਡਿਨੋਟਸ ਨੰਬਰ 14। ਠੀਕ ਹੈ, ਤੇ ਤੁਸੀਂ ਹੁਣ ਕੀ ਕਰਨਾ ਹੈ, ਦੇਖੋ ਹੁਣ ਤੁਸੀਂ ਇਹਨੂੰ ਇਹਦੀ ਪਲੇਸ ਵੈਲਿਊ ਨਾਲ, ਪਲੇਸ ਵੇਟ ਨਾਲ ਤੁਸੀਂ ਇਹਨੂੰ ਮਲਟੀਪਲਾਈ ਕਰੋਗੇ। ਦੈਟ ਮੀਨਸ ਇਟ ਇਜ਼ ਲਾਈਂਗ ਐਟ 16 ਰੇਜ਼ ਟੂ ਪਾਵਰ 0 ਹੈ ਨਾ, ਪਹਿਲਾ ਹੀ ਡਿਜਿਟ ਹੈ ਤੇ ਫਿਰ ਤੁਸੀਂ ਇਹਨੂੰ ਇਹਦੇ ਨਾਲ ਮਲਟੀਪਲਾਈ ਕਰਤਾ, ਇੱਥੇ ਤੁਸੀਂ ਹੁਣ ਇਹਦੀ ਵੈਲਿਊ ਫੀਡ ਕਰਤੀ। ਹੁਣ ਜਿਹੜਾ ਇਹ ਨੰਬਰ ਆਇਆ ਇਹ ਤੁਹਾਡਾ ਆਇਆ ਡੈਸੀਮਲ ਫਾਰਮ ਦੇ ਵਿੱਚ। ਠੀਕ ਹੈ, ਇਹ ਆਇਆ ਤੁਹਾਡਾ ਨੰਬਰ ਡੈਸੀਮਲ ਫਾਰਮ ਦੇ ਵਿੱਚ। ਦੈਟ ਮੀਨਸ ਹਾਲੇ ਵੀ ਇਹ ਨੰਬਰ ਬਾਈਨਰੀ 'ਚ ਕਨਵਰਟ ਨਹੀਂ ਹੋਇਆ। ਬਾਈਨਰੀ ਕੀ ਹੁੰਦਾ ਹੈ, ਬਾਈਨਰੀ ਨੰਬਰ ਜਿਹੜਾ ਹੈ ਉਹ ਹਮੇਸ਼ਾ 1 0 0 1 ਇੱਦਾਂ ਦੀ ਫਾਰਮ 'ਚ ਹੁੰਦਾ ਆ। ਠੀਕ ਹੈ, ਉਹ ਕਦੇ ਵੀ ਇੱਦਾਂ ਦੀ ਫਾਰਮ 'ਚ ਨਹੀਂ ਆਉਂਦਾ ਬਾਈਨਰੀ। ਦੈਟ ਇਜ਼ ਆਲਵੇਜ਼ in form of zeros and ones। now you have to convert this decimal number in this binary number। ठीक है, ਹੁਣ ਤੁਸੀਂ ਕੀ ਕਰੋਗੇ, ਸੇਮ ਪਹਿਲਾਂ ਵਾਲਾ ਪ੍ਰੋਸੀਜਰ ਤੁਸੀਂ ਕਰੋਗੇ, 14 ਨੂੰ ਲਾਓਗੇ, ਉਹਨੂੰ ਤੁਸੀਂ 2 ਨਾਲ ਡਿਵਾਈਡ ਕਰੋਗੇ। ਠੀਕ ਹੈ, ਤੇ ਜਿਹੜੇ ਰਿਮਾਈਂਡਰਸ ਆਉਂਦੇ ਰਹਿਣਗੇ ਤੁਸੀਂ ਇੱਥੇ ਲਿਖਦੇ ਰਹੋਗੇ। ਠੀਕ ਹੈ ਨਾ, ਤੇ ਲਾਸਟ ਤੁਸੀਂ ਕੀ ਕਰੋਗੇ, ਆਬਵੀਅਸ ਜੀ ਗੱਲ ਹੈ ਵੀ ਵਿਲ ਮੂਵ ਫਰੋਮ MSP ਟੂ LSP ਹੈ ਨਾ। ਤੇ ਇਹਨਾਂ ਦੇ ਕੇਸ 'ਚ ਜਿਹੜੀ MSP ਹੁੰਦੀ ਹੈ ਉਹ ਥੱਲੇ ਵਾਲੀ ਡਿਜਿਟ ਹੁੰਦੀ ਹੈ ਤੇ ਆਪਾਂ ਕੁਝ ਇਸ ਡਾਇਰੈਕਸ਼ਨ 'ਚ ਮੂਵ ਕਰਾਂਗੇ। ਦੈਟ ਮੀਨਸ ਜਿਹੜਾ ਹੁਣ ਸਾਡੇ ਕੋਲ ਨੰਬਰ ਆਇਆ ਹੈ ਉਹ ਹੈਗਾ ਆ 110 ਐਂਡ ਅੱਗੇ ਬੇਸ ਹੈ 2। ਦੈਟ ਮੀਨਸ ਜਿਹੜਾ ਇਹ ਨੰਬਰ ਸੀ ਹੈਕਸਾਡੈਸੀਮਲ ਉਹ ਕੁਝ ਇਸ ਫਾਰਮ 'ਚ ਤੁਸੀਂ ਡਿਨੋਟ ਕਰ ਸਕਦੇ ਹੋ ਬਾਈਨਰੀ ਦੇ ਵਿੱਚ।
ਹੁਣ ਸਾਡਾ ਨੈਕਸਟ ਆ ਗਿਆ ਜੀ ਬਾਈਨਰੀ ਟੂ ਹੈਕਸਾਡੈਸੀਮਲ ਕਨਵਰਜ਼ਨ, ਕਿ ਜੇ ਤੁਹਾਨੂੰ ਬਾਈਨਰੀ ਨੰਬਰ ਦਿੱਤਾ ਜਾਵੇ ਉਸ ਤੋਂ ਤੁਸੀਂ ਉਸ ਨੂੰ ਹੈਕਸਾਡੈਸੀਮਲ 'ਚ ਕਿਵੇਂ ਕਨਵਰਟ ਕਰੋਗੇ। ਠੀਕ ਹੈ, ਪਹਿਲਾਂ ਤਾਂ ਜਿਹੜਾ ਬਾਈਨਰੀ ਨੰਬਰ ਹੈ ਉਸ ਨੂੰ ਤੁਸੀਂ 4 ਦੇ ਗਰੁੱਪ 'ਚ ਡਿਵਾਈਡ ਕਰ ਦੋਗੇ। ਠੀਕ ਹੈ, ਉਸ ਤੋਂ ਬਾਅਦ ਉਸ ਗਰੁੱਪ ਨੂੰ ਤੁਸੀਂ ਕਿਸ 'ਚ ਕਨਵਰਟ ਕਰ ਦੋਗੇ, 4 ਬਿਟ ਹੈਕਸਾਡੈਸੀਮਲ ਡਿਜਿਟ 'ਚ। ਹੁਣ ਅਸੀਂ ਦੇਖ ਲੈਂਦੇ ਹਾਂ ਇੱਥੇ ਨੈਕਸਟ ਐਗਜ਼ਾਮਪਲ, ਜਿਹੜੀ ਸਾਡੀ ਐਗਜ਼ਾਮਪਲ ਤੋਂ ਵੱਧ ਕਲੀਅਰ ਹੁੰਦਾ ਹੈ ਜੀ। ਆ ਗਿਆ ਜੀ ਤੁਹਾਡਾ ਐਗਜ਼ਾਮਪਲ, ਆ ਸਾਡੀ ਆ ਨੰਬਰ ਹੈ ਜਿਹੜਾ ਸਾਨੂੰ ਦਿੱਤਾ ਹੋਇਆ ਹੈ। ਅਸੀਂ ਪਹਿਲਾਂ ਕੀ ਕੀਤਾ, ਅਸੀਂ ਇਹਨੂੰ 4 ਦੀ ਫਾਰਮ 'ਚ ਡਿਵਾਈਡ ਕਰਤਾ। always start from LSB, you have to always start from LSB in case of digits which are before decimal places, है ना, and for digits those are after decimal places you have to start from MSB। ਇਸ ਗੱਲ ਦਾ ਧਿਆਨ ਰੱਖਣਾ ਹੈ ਜੀ। ਆਪਾਂ ਫਿਰ ਰਾਈਟ ਮੋਸਟ ਸਾਈਡ ਤੋਂ ਆਪਾਂ ਸਟਾਰਟ ਕਰਾਂਗੇ ਇੱਥੋਂ ਜੀ। 4 ਦਾ ਅਸੀਂ ਗਰੁੱਪ ਬਣਾਉਣਾ ਹੈ, ਇਹ ਚੀਜ਼ ਭੁੱਲਣੀ ਨਹੀਂ ਹੈ। ਠੀਕ ਹੈ, ਇੱਥੇ ਇੱਕ ਸਾਡਾ ਰਹਿ ਗਿਆ ਇਕੱਲਾ, ਇਹਦੇ ਲਈ ਤੁਸੀਂ 3 0 ਲਾ ਦੋਗੇ ਅੱਗੇ। ਠੀਕ ਹੈ ਜੀ, ਹੁਣ ਇੱਥੇ ਆਓ, ਜਿਵੇਂ ਕਿ ਅਸੀਂ ਹੁਣ ਇੱਥੇ ਦੇਖ ਸਕਦੇ ਹਾਂ। ਠੀਕ ਹੈ, ਇਹ ਵਾਲਾ ਸਾਡਾ 4 ਦਾ ਗਰੁੱਪ ਬਣ ਗਿਆ, ਇਹ ਵੀ ਸਾਡਾ 4 ਦਾ ਗਰੁੱਪ ਬਣ ਗਿਆ ਜੀ, ਤੇ ਇਹ ਵੀ ਸਾਡਾ 4 ਦਾ ਗਰੁੱਪ ਬਣ ਗਿਆ। ਜਿਹੜਾ ਇਹ ਸੀ 1 ਸਾਡਾ ਇਕੱਲਾ ਰਹਿ ਗਿਆ ਸੀ, ਅਸੀਂ ਇੱਥੇ ਕੀ ਕੀਤਾ, ਜ਼ੀਰੋਜ਼ ਐਡ ਕਰਤੀਆਂ। ਠੀਕ ਹੈ, ਟੂ ਕੰਪਲੀਟ ਦੈਟ ਗਰੁੱਪ ਆਫ 4 ਡਿਜਿਟਸ। ਫਾਈਨ, ਹੁਣ ਇੱਥੇ ਦੇਖੋ ਜਿਹੜਾ ਇਹ ਨੰਬਰ ਹੈ ਜੀ ਤੁਹਾਡਾ, ਹੁਣ ਅਸੀਂ ਇਹਨੂੰ ਦੇਖਦੇ ਹਾਂ। ਹੁਣ ਤੁਸੀਂ ਇਹਨੂੰ ਬੇਸਿਕਲੀ ਕਨਵਰਟ ਕਰੋਗੇ ਬਾਈਨਰੀ ਫਾਰਮ 'ਚ। ਠੀਕ ਹੈ, ਹੁਣ ਜਿਹੜਾ ਦੇਖੋ ਇੱਥੇ ਨੰਬਰ ਆਇਆ ਸਾਡਾ, ਉਹ ਆਊਗਾ ਕੁਝ ਇਸ ਤਰ੍ਹਾਂ ਦਾ। ਠੀਕ ਹੈ ਜੀ, ਅਸੀਂ ਇਹਨੂੰ ਡਿਵਾਈਡ ਕੀਤਾ ਸੀ ਜਿਹੜਾ 4 ਦੇ ਪਾਰਟਸ 'ਚ, ਇੱਕ ਮਿੰਟ ਜੀ, ਹਾਂ, ਜਿਹੜਾ ਅਸੀਂ ਇਹਨੂੰ 4 ਪਾਰਟਸ 'ਚ ਡਿਵਾਈਡ ਕੀਤਾ ਸੀ ਆ ਸੀ। ਠੀਕ ਹੈ, ਜਿਹੜੇ ਇਹ 4 ਡਿਜਿਟਸ ਨੇ ਇਹ ਸਾਨੂੰ ਦਿੰਦੇ ਨੇ ਨੰਬਰ 9, ਇਹ ਦਿੰਦੇ ਹੈ ਨੰਬਰ 6, ਇਹ ਦਿੰਦਾ ਹੈ ਨੰਬਰ 5, ਤੇ ਇਹ ਦਿੰਦਾ 1। that means in hexadecimal form your that number which was given is represented as this number। fine, ਹੁਣ ਦੇਖੋ ਜੀ, this is your example number 2 in which we are converting binary number 0011000101 into hexadecimal number। ਹੁਣ ਇੱਥੇ ਇੱਕ ਧਿਆਨ ਦੇਣ ਵਾਲੀ ਗੱਲ ਇਹ ਹੈਗੀ ਹੈ ਵੀ ਸਾਡੇ ਕੋਲ ਇੱਥੇ ਆ ਗਿਆ ਇੱਕ ਡੈਸੀਮਲ। ਠੀਕ ਹੈ, ਇਹ ਜਿਹੜਾ ਡੈਸੀਮਲ ਹੈ ਤੁਸੀਂ ਇਹਦਾ ਧਿਆਨ ਦੇਣਾ ਹੈ ਇਸ ਗੱਲ ਤੇ। ਠੀਕ ਹੈ, ਜਿਹੜਾ ਇਹ ਡੈਸੀਮਲ ਹੈ ਹੁਣ ਇਹ ਕੀ ਰੋਲ ਪਲੇ ਕਰੇਗਾ, ਜਿਹੜੇ ਇੱਧਰਲੇ ਡਿਜਿਟਸ ਨੇ you will always start from this decimal when you are starting making groups, you will always start with this decimal। for example ਆਪਾਂ ਪਹਿਲਾਂ ਇੱਧਰੋਂ ਗਰੁੱਪਸ ਬਣਾਉਂਦੇ ਸੀ। ਠੀਕ ਹੈ, ਇਹ ਤਾਂ ਸਾਨੂੰ ਪਤਾ ਹੈ ਕਿਉਂਕਿ ਮੈਂ ਪਿਛਲੇ ਐਗਜ਼ਾਮਪਲ 'ਚ ਤੁਹਾਨੂੰ ਦੱਸਤਾ ਸੀ। ਹੁਣ ਡੈਸੀਮਲ ਤੋਂ ਬਾਅਦ ਵਾਲੇ ਜਿਹੜੇ ਗਰੁੱਪਸ ਨੇ ਉਹ ਵੀ ਤੁਸੀਂ ਇੱਧਰੋਂ ਹੀ ਬਣਾਉਣੇ ਹੈ, ਡੈਸੀਮਲ ਤੋਂ ਹੀ। ਇਹ ਸਾਡਾ 4 ਦਾ ਗਰੁੱਪ ਹੋ ਗਿਆ, ਇਹ ਸਾਡਾ 4 ਦਾ ਗਰੁੱਪ ਅਗੇਨ ਹੋ ਗਿਆ। ਜਦੋਂ ਸਾਡੇ ਕੋਲ ਡਿਜਿਟਸ ਕਮ ਪੈਣ ਤੁਸੀਂ ਉੱਥੇ ਕੀ ਕਰਨਾ ਹੈ, ਆਪਣਾ ਚੁੱਪ ਕਰਕੇ ਜ਼ੀਰੋਜ਼ ਐਡ ਕਰ ਦੇਣੇ ਆ, ਜਿੰਨੇ ਚਾਹੀਦੇ ਉਹਨੇ, ਹੈ ਨਾ। ਜਿਵੇਂ ਅਸੀਂ ਇੱਥੇ 4 ਦਾ ਗਰੁੱਪ ਬਣਾ ਰਹੇ ਸੀ, ਦੈਟ ਮੀਨਸ ਸਾਨੂੰ ਕਿੰਨੇ ਚਾਹੀਦੇ ਹੈ, 2 ਜ਼ੀਰੋਜ਼ ਚਾਹੀਦੇ ਹੈ। ਤੇ ਇੱਥੇ ਵੀ ਦੇਖੋ, ਇੱਥੇ ਤਾਂ ਚਲੋ ਲਾਉਣ ਦੀ ਗੱਲ ਹੀ ਨਹੀਂ ਹੈ ਬਿਕੋਜ਼ ਜ਼ੀਰੋ ਆਪਣੇ ਆਪ 'ਚ ਕੁਝ ਨਹੀਂ ਹੈ, ਹੈ ਨਾ। ਜਦ ਇੱਥੇ ਜੇ 1 ਹੁੰਦਾ ਸੀ ਤਾਂ 2-3 ਜ਼ੀਰੋ ਲਾ ਦਿੰਦੇ, ਬਟ ਹੁਣ ਜਦ ਇੱਥੇ ਹੈ ਹੀ ਜ਼ੀਰੋ, ਇਹਦਾ ਕੋਈ ਸਿਗਨੀਫੀਕੈਂਟ ਹੈ ਹੀ ਨਹੀਂ, ਉਹ ਮਤਲਬ ਇੰਪੋਰਟੈਂਸ ਹੈ ਹੀ ਨਹੀਂ ਜ਼ੀਰੋ ਦੀ। ਹੁਣ ਦੇਖੋ ਅਸੀਂ ਇਸ ਫਾਰਮ 'ਚ ਹੀ, ਇੱਥੇ ਆਓ ਤੁਸੀਂ, ਅਸੀਂ ਐਵੇਂ ਹੀ ਡਿਵਾਈਡ ਕੀਤਾ ਇੱਥੇ, ਹੈ ਨਾ, 4 ਦੀ ਫਾਰਮ 'ਚ, ਜਿਵੇਂ ਮੈਂ ਤੁਹਾਨੂੰ ਉੱਪਰ ਸਮਝਾਇਆ ਸੀ ਉਵੇਂ ਇੱਥੇ ਲਿਖਿਆ ਹੋਇਆ ਹੈ। ਠੀਕ ਹੈ, ਹੁਣ ਅਸੀਂ ਇਹਨੂੰ ਕਨਵਰਟ ਕਰਾਂਗੇ ਇਹਦੇ ਹੈਕਸਾਡੈਸੀਮਲ, ਮਤਲਬ ਡੈਸੀਮਲ ਨਹੀਂ, ਸੌਰੀ, ਡੋਂਟ ਯੂਜ਼ ਡੈਸੀਮਲ, ਵੀ ਵਿਲ ਯੂਜ਼ ਹੈਕਸਾਡੈਸੀਮਲ ਫਾਰਮ ਦੇ ਵਿੱਚ, ਹੈ ਨਾ। ਹੁਣ ਆਪਾਂ ਦੇਖਦੇ ਹਾਂ। ਹੁਣ ਦੇਖੋ ਇੱਥੇ ਜੀ, ਇਹ ਸਾਡਾ ਨੰਬਰ ਸੀ ਜਿਹੜਾ ਅਸੀਂ ਬਾਅਦ 'ਚ ਡਿਵਾਈਡ ਕੀਤਾ, ਉਹਨੂੰ ਕੁਝ ਇਸ ਫਾਰਮ ਦੇ ਵਿੱਚ ਹੋ ਗਿਆ। ਠੀਕ ਹੈ, ਤੇ ਹੁਣ ਦੇਖੋ ਬੜੀ ਸਿੱਧੀ ਜੀ ਗੱਲ ਆ, ਇਹ ਹੁਣ ਸਾਡਾ ਕਿੰਨਾ ਹੋ ਗਿਆ, ਤੁਸੀਂ ਕੈਲਕੂਲੇਟ ਕਰੋ। ਦੇਖੋ your this one will be representing 6, your this one will be representing 5। ठीक है, ਤੇ ਜਿਹੜਾ ਆ ਹੈ this is representing what, 13। ਇਹ ਤੁਹਾਡਾ 13 ਰਿਪਰੈਜ਼ੈਂਟ ਕਰ ਰਿਹਾ, ਤੇ ਹੈਕਸਾਡੈਸੀਮਲ 'ਚ 13 ਨੂੰ ਅਸੀਂ ਰਿਪਰੈਜ਼ੈਂਟ ਕਰਦੇ ਹਾਂ D ਨਾਲ।
ठीक है। तो जोड़ा आ है दिस इज़ रिप्रजेंटिंग 12 तो 12 साडा डिनोट होंदा है C तो इन हेक्साडेसिमल फॉर्म जोड़ा मैं थोनों पहला भी दसिया सी। दैट मीनस नाउ इन हेक्साडेसिमल फॉर्म जोड़ा तुसी बाइनरी नंबर दसिया सी वो कुछ 65.DC बन गया, ठीक है। तो इस नाल जोड़ा मेरा ये नंबर सिस्टम है जोड़ा मैं थोनों कराया इस पूरी लेक्चर च वो ख़त्म होंदा है। तो माई नैक्सट वीडियो विल बी कंटेनिंग द अर्थमैटिक ऑपरेशंस, है ना, जिमें असी बाइनरी नंबर्स नू ऐड करांगे, बाइनरी नंबर नू असी मल्टीप्लाई करांगे तो वेरीअस ऑपरेशंस दैट विल बी डूइंग ऑन बाइनरी नंबर्स। थैंक यू फॉर लिसनिंग दिस लेक्चर।